ਪਰਮੇਸ਼ਰ ਜੀ ਦੇ ਬਖਸ਼ੇ ਹੋਏ ਜੀਵਨ ਨੂੰ ਜਿਉਣ ਦਾ ਯਤਨ ਕਰਦੇ ਹਾਂ। ਸਤਿਗੁਰ ਦੀਆਂ ਅਸੀਸਾਂ ਦੇ ਪਾਤਰ ਬਣਨ ਵਾਲੇ ਸੰਸਾਰ ਭਰ ਦੇ ਸਾਰੇ ਗੁਰਸਿੱਖ ਅਤੇ ਸਾਰੇ ਇਨਸਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਕਈ ਦਿਨਾਂ ਤੋਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਦੀ ਚਰਚਾ, ਉਹਨਾਂ ਦੀ ਜ਼ਿੰਦਗੀ ਦੇ ਮਹੱਤਵਪੂਰਨ ਕਰਨੀਨਾਮੇ ਨੂੰ ਅੱਗੇ ਰੱਖ ਕੇ ਕਰਨ ਦਾ ਯਤਨ ਕਰ ਰਹੇ ਹਾਂ। ਅਸੀਂ ਦੇਖਦੇ ਹਾਂ ਕਿ ਜ਼ਿੰਦਗੀ ਦੇ ਪੜਾਅ ਪਰਮੇਸ਼ਰ ਦੀ ਕਿਰਪਾ ਨਾਲ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਹਨ। ਜਦੋਂ ਅਸੀਂ ਗੁਰੂ ਜੀਵਨ ਦੀ ਗੱਲ ਕਰ ਰਹੇ ਹਾਂ ਤੇ ਗੁਰੂ ਜੀਵਨ ਉਹ ਜੀਵਨ ਹੈ ਜਿਹੜਾ ਪਰਮੇਸ਼ਰ ਦੇ ਨਾਲ ਓਤ-ਪੋਤ ਜੀਵਨ ਹੈ। ਉਹ ਰੱਬ ਦੀ ਜੋਤ ਅਤੇ ਜੁਗਤ ਦੇ ਵਾਰਸ ਬਣ ਕੇ ਰੱਬੀ ਗਿਆਨ ਨੂੰ, ਰੱਬੀ ਸਮਝ ਨੂੰ ਸਾਡੇ ਸਾਰਿਆਂ ਦੀ ਝੋਲੀ 'ਚ ਪਾਉਣ ਦੇ ਲਈ ਆਪਣੀ ਜ਼ਿੰਦਗੀ ਦੀ ਘਾਲਣਾ ਘਾਲਦੇ ਹਨ। ਗੁਰਦੇਵ ਦੀ ਜ਼ਿੰਦਗੀ ਦੇ ਵਿੱਚ ਆਪਾਂ ਜਦੋਂ ਪਿੱਛੇ ਬਹੁਤ ਕੁਝ ਦੇਖਿਆ ਹੈ, ਇੱਕ ਮਹੱਤਵਪੂਰਨ ਪੜਾਅ ਇਹ ਵੀ ਹੈ ਕਿ ਉਹਨਾਂ ਦੇ ਗ੍ਰਹਿ ਵਿਖੇ ਸਪੁੱਤਰ ਦਾ ਜਨਮ ਹੁੰਦਾ ਹੈ, ਜਿਹਨੂੰ ਇਤਿਹਾਸ ਦੇ ਪੰਨੇ 'ਚੋਂ ਅਸੀਂ ਗੋਬਿੰਦ ਰਾਏ ਜੀ ਦੇ ਨਾਮ ਨਾਲ ਜਾਣਦੇ ਹਾਂ। ਅੱਗੇ ਚੱਲ ਕੇ ਗੋਬਿੰਦ ਰਾਏ ਜੀ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਬਣਦੇ ਨੇ। ਪਰ ਅਸੀਂ ਜੋ ਮਹੱਤਵਪੂਰਨ ਪੱਖ ਤੋਂ ਦੇਖਣਾ ਹੈ ਉਹ ਹੈ ਕਿ ਗੁਰੂ ਜੀ ਅਤੇ ਗੁਰੂ ਜੀ ਦੇ ਸਪਤਨੀ ਆਦਰਯੋਗ ਮਾਤਾ ਗੁਜਰੀ ਜੀ, ਇਹਨਾਂ ਦੀ ਜ਼ਿੰਦਗੀ ਦੇ ਅੰਦਰ ਜਿਹੜਾ ਗੁਰਮਤਿ ਦਾ ਠਹਿਰਾਓ, ਗੁਰਮਤਿ ਦਾ ਪਹਿਰਾ, ਗੁਰਮਤਿ ਦਾ ਸਹਿਜ, ਗੁਰਮਤਿ ਦਾ ਸਿਦਕ, ਗੁਰਮਤਿ ਦਾ ਸਬਰ, ਉਹ ਅਨੰਤ ਵੱਡਾ ਹੈ। ਆਮ ਵਿਅਕਤੀ ਜ਼ਿੰਦਗੀ ਦੇ ਵਿਵਾਹ ਕਾਰਜਾਂ ਤੋਂ ਸਾਲ ਡੇਢ ਸਾਲ ਬਾਅਦ ਘਬਰਾ ਜਾਂਦਾ ਹੈ। ਘਰ ਵਿੱਚ ਔਲਾਦ ਨਾ ਪੈਦਾ ਹੋਣ 'ਤੇ ਕਈ ਪ੍ਰਕਾਰ ਦੀ ਸਾਡੇ ਪਰਿਵਾਰਾਂ ਵਿੱਚ ਦੰਦ ਕਥਾ ਦਾ ਜਨਮ ਹੋ ਜਾਂਦਾ ਹੈ। ਪਰ ਜਦੋਂ ਅਸੀਂ ਗੁਰੂ ਜੀਵਨ 'ਚ ਝਾਤੀ ਮਾਰ ਕੇ ਦੇਖਦੇ ਹਾਂ ਤਾਂ ਗੁਰੂ ਪਿਤਾ ਦੇ ਜੀਵਨ ਦੇ ਅੰਦਰ ਆਦਰਯੋਗ, ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਜੀਵਨ ਦੇ ਅੰਦਰ ਇਹ ਸਾਡੇ ਸਾਹਮਣੇ ਇੱਕ ਸਿੱਖਿਆ, ਇੱਕ ਸਬਕ ਕਿ ਅਸੀਂ ਸਮਾਜ ਦੇ ਪ੍ਰਭਾਵ ਥੱਲੇ ਜ਼ਿੰਦਗੀ ਨੂੰ ਨਹੀਂ ਜਿਉਣਾ। ਅਸੀਂ ਰੱਬ ਦੀ ਰਜ਼ਾ, ਰੱਬ ਦੇ ਹੁਕਮ ਅੱਗੇ ਸਿਰ ਝੁਕਾ ਕੇ ਜ਼ਿੰਦਗੀ ਨੂੰ ਜਿਉਣ ਦਾ ਯਤਨ ਕਰਨਾ ਹੈ, ਰੱਬੀ ਭੈ ਵਿੱਚ, ਰੱਬੀ ਭਾਉ ਦੇ ਵਿੱਚ। ਹੁਣ ਇੱਥੇ ਜਦੋਂ ਅਸੀਂ ਕੁਝ ਗੱਲਾਂ ਨੂੰ ਲਿਖਤ ਮੁਤਾਬਕ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਭਰਮ ਭੁਲੇਖੇ ਵੀ ਖੜੇ ਕਰਨ ਦੇ ਯਤਨ ਕੀਤੇ ਜਾਂਦੇ ਨੇ। ਪਰ ਜਦੋਂ ਅਸੀਂ ਗੁਰੂ ਜੀਵਨ ਦੀ ਗੱਲ ਕਰਦੇ ਹਾਂ, ਉਹ 'ਤੇ ਰੋਸ਼ਨੀ ਹੈ, ਉਹ 'ਤੇ ਪ੍ਰਕਾਸ਼ ਹੈ, ਉਹ 'ਤੇ ਨੂਰ ਹੈ। ਉਹਦੇ ਲਾਗੇ ਕੋਈ ਭਰਮ ਨਹੀਂ, ਭੁਲੇਖਾ ਨਹੀਂ, ਸ਼ੰਕਾ ਨਹੀਂ, ਦੁਬਿਧਾ ਨਹੀਂ, ਦਵੈਸ਼ ਨਹੀਂ ਹੈ। ਹੁਣ ਸਤਿਗੁਰੂ ਜੀ ਨੂੰ ਔਰ ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ ਨੂੰ ਪੁੱਤਰ ਦੀ ਪ੍ਰਾਪਤੀ ਦੇ ਲਈ ਕੋਈ ਆਪਣੇ ਅੰਦਰ ਲਾਲਸਾ ਰੱਖ ਕੇ, ਆਪਣੇ ਅੰਦਰ ਮੰਗ ਰੱਖ ਕੇ, ਆਪਣੇ ਅੰਦਰ ਦੁਨਿਆਵੀ ਤੌਰ 'ਤੇ ਮਨੁੱਖਾਂ ਵਾਲੀ ਖਾਸ਼ ਰੱਖ ਕੇ
ਕਿਸੇ ਵੀ ਪ੍ਰਕਾਰ ਦਾ ਕੋਈ ਉਹਨਾਂ ਨੂੰ ਦੁਨਿਆਵੀ ਪ੍ਰਭਾਵ ਦਾ ਕਰਮ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਉਹਨਾਂ ਨੇ ਕੀਤਾ ਹੈ। ਸਾਡਾ ਪ੍ਰਕਰਨ ਲੰਮਾ ਹੋ ਜਾਏਗਾ। ਅਸੀਂ ਇਸ ਨੂੰ ਅੱਜ ਸਿੱਖ ਜਗਤ ਨੇ ਚਿੱਥਣਾ ਹੈ, ਵਿਚਾਰਨਾ ਹੈ। ਅਸੀਂ ਇਤਿਹਾਸ ਨੂੰ ਮਨੌਤਾਂ ਦੇ ਦੁਆਲੇ, ਇਤਿਹਾਸ ਨੂੰ ਦੁਨਿਆਵੀ ਇੱਛਾਵਾਂ ਦੇ ਨਾਲ ਜੋੜ ਕੇ ਉਸ ਪ੍ਰਵਿਰਤੀ ਦਾ ਕਿਤੇ ਨਾ ਕਿਤੇ ਪ੍ਰਚਾਰ ਕਰਨ ਵਾਲੇ ਪਾਸੇ ਨੂੰ ਤੁਰ ਜਾਂਦੇ ਹਾਂ। ਸਾਨੂੰ ਗੁਰੂ ਜੀ ਦੀ ਉਹ ਜਿਹੜੀ ਰੱਬੀ ਅਕਾਲੀ ਜੋਤ ਦੀ ਵਿਰਾਸਤ ਹੈ ਉਹ ਦਿਖਾਈ ਨਹੀਂ ਦਿੰਦੀ। ਅਸੀਂ ਉੱਥੋਂ ਵੀ ਸੰਸਾਰ ਸਾਹਮਣੇ ਰੱਖ ਕੇ ਵੇਖਣ ਦਾ ਯਤਨ ਕਰ ਲੈਂਦੇ ਹਾਂ। ਖੈਰ, ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਆਸਾਮ ਦੇ ਵਾਲੇ ਪਾਸੇ ਨੂੰ ਪਾਰ ਉਤਾਰਾ ਕਰਨ ਲਈ, ਅਕਾਲੀ ਗਿਆਨ ਵੰਡਣ ਲਈ ਪ੍ਰਚਾਰ ਦੌਰੇ ਉੱਤੇ ਨੇ। ਅਤੇ ਉੱਥੇ ਮੇਰੇ ਸੱਚੇ ਪਾਤਸ਼ਾਹ ਜੀ ਨੂੰ ਗ੍ਰਹਿ ਵਿਖੇ ਸਪੁੱਤਰ ਦੇ ਜਨਮ ਲੈਣ ਦੀ ਖਬਰ ਪਹੁੰਚਦੀ ਹੈ। ਇਹ ਗੱਲ ਤਾਂ ਬੜੀ ਨਿਸ਼ਚਿਤ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੌਰ ਤੱਕ ਗੁਰੂ ਘਰ ਦਾ ਅਤੇ ਉਹਨਾਂ ਦੀ ਜ਼ਿੰਦਗੀ ਦੇ ਪ੍ਰਚਾਰ ਫੇਰੀ ਦਾ ਆਪਸ ਵਿੱਚ ਕਿਸੇ ਨਾ ਕਿਸ ਤਰ੍ਹਾਂ ਸੰਬੰਧ ਜੁੜਿਆ ਹੋਇਆ ਕਿ ਗੁਰੂ ਜੀ ਕਿੱਧਰ ਗਏ ਨੇ, ਕਿਹੜੇ ਇਲਾਕੇ 'ਚ ਗਏ ਨੇ। ਇਹ ਬਾਤ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਪ੍ਰਚਾਰ ਦੌਰਿਆਂ ਵਿੱਚ ਨਹੀਂ ਹੈ। ਹੁਣ ਇਤਿਹਾਸ ਇੱਥੇ ਜਿਹੜੀ ਗੱਲ ਸਾਡੀ ਝੋਲੀ 'ਚ ਪਾ ਰਿਹਾ ਹੈ, ਉਹ ਗੱਲ ਸਾਡੇ ਲਈ ਬੜੀ ਸਮਝਣ ਦੀ ਅਤੇ ਬੜੀ ਆਪ ਧਾਰਨ ਕਰਨ ਦੀ ਗੱਲ ਹੈ। ਅਸੀਂ ਗੁਰੂ ਘਰ ਦੇ ਵਿੱਚ ਜਦੋਂ ਝਾਤ ਮਾਰ ਕੇ ਦੇਖਦੇ ਹਾਂ, ਅੰਦਰ ਨੀਝ ਲਾ ਕੇ ਤੱਕਦੇ ਹਾਂ, ਸਾਨੂੰ ਗੁਰੂ ਜੀ ਦੀ ਕਰਨੀ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਇਤਿਹਾਸ ਜਦੋਂ ਇਹ ਗੱਲ ਕਰਦਾ ਹੈ ਅਤੇ ਗੁਰਦੇਵ ਪਿਤਾ ਜੀ ਦੇ ਕੋਲ ਸੂਚਨਾ ਪਹੁੰਚਦੀ ਹੈ ਅਤੇ ਸਤਿਗੁਰੂ ਜੀ ਉਸ ਮੌਕੇ ਦੁਨਿਆਵੀ ਪਿਤਾ ਵਾਲਾ ਪ੍ਰਗਟਾਵਾ ਨਹੀਂ ਕਰਦੇ। ਉਹਨਾਂ ਦੇ ਕੋਲ ਸਹਿਜ ਹੈ, ਉਹਨਾਂ ਦੇ ਕੋਲ ਉਸ ਤਰ੍ਹਾਂ ਦਾ ਟਿਕਾਊ ਹੈ। ਦੁਨੀਆ ਦੇ ਪੱਧਰ 'ਤੇ ਜਦੋਂ ਕਦੀ ਇਸ ਤਰ੍ਹਾਂ ਦੀਆਂ ਦਾਤਾਂ ਮਿਲਦੀਆਂ ਨੇ ਅਤੇ ਬੰਦਾ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਹੈ। ਬਾਣੀ ਦੇ ਵਿੱਚ ਵੀ ਮਨੁੱਖੀ ਬਿਰਤੀ ਦਾ ਉਲੇਖ ਕੀਤਾ ਗਿਆ ਹੈ। ਜਨਮੇ ਕੋ ਬਾਜੇ ਵਾਜਾਏ, ਜਨਮ ਹੋਣ 'ਤੇ ਵਾਜੇ ਵਜਾਏ ਜਾਂਦੇ ਨੇ। ਅਤੇ ਵਾਜੇ ਵਜਾਉਣ ਦੀ ਗੱਲ ਉੱਤੇ ਗੁਰੂ ਪਿਤਾ ਨੇ ਜਿਹੜਾ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ, ਉਹ ਹੈ ਸੋ ਲੜੇ ਅਗਿਆਨੀ ਗਾਏ। ਪੁੱਤਰ ਦੇ ਜਨਮ 'ਤੇ ਜਿਹੜੇ ਵਡਿਆਈਆਂ ਕੀਤੀਆਂ ਜਾਂਦੀਆਂ ਨੇ, ਇਹ ਅਗਿਆਨੀਆਂ ਦਾ ਕਰਮ ਹੈ, ਗਿਆਨੀਆਂ ਦਾ ਕਰਮ ਨਹੀਂ ਹੈ। ਗਿਆਨੀਆਂ ਕੋਲ ਤਾਂ ਸਹਿਜ ਹੈ, ਉਹਨਾਂ ਕੋਲ ਤਾਂ ਟਿਕਾਊ ਹੈ। ਉਹ ਤਾਂ ਘਰ ਜ਼ਿੰਦਗੀ 'ਚ ਜੋ ਕੁਝ ਵੀ ਮਿਲਦਾ ਹੈ ਉਸ ਨੂੰ ਰੱਬੀ ਨਿਆਮਤ, ਰੱਬੀ ਬਖਸ਼ਿਸ਼, ਰੱਬੀ ਰਹਿਮਤ ਦੇ ਤੌਰ 'ਤੇ ਝੋਲੀ 'ਚ ਪਵਾ ਲੈਂਦੇ ਨੇ। ਇਸੇ ਲਈ ਧੰਨ ਗੁਰੂ ਅਰਜਨ ਸਾਹਿਬ ਦੇ ਪਾਵਨ ਬਚਨ ਆਪਣੇ ਸਾਰਿਆਂ ਦੇ ਧਿਆਨ ਵਿੱਚ ਨੇ, ਜਿਹੜੇ ਉਹਨਾਂ ਨੇ ਆਪਣੇ ਗ੍ਰਹਿ ਵਿਖੇ ਪੈਦਾ ਹੋਏ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਤੋਂ ਬਾਅਦ ਵਿਚਾਰਵਾਨਾਂ ਦਾ ਇੱਕ ਹਿੱਸੇ ਦਾ ਮਤ ਹੈ, ਰੱਬ ਦਾ ਸ਼ੁਕਰਾਨਾ ਕਰਦਿਆਂ ਕਹੇ ਨੇ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ।
ਉੱਥੇ ਸਾਰਾ ਕੁਝ ਰੱਬ ਦੀ ਨਿਆਮਤ ਦੇ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਹੈ। ਹੁਣ ਇੱਥੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਬਾਹਰ ਗੁਰਮਤਿ ਦੇ ਪ੍ਰਚਾਰ ਦੇ ਲਈ ਸਮੇਂ ਦੇ ਵਿੱਚ ਪਏ ਹੋਏ ਦਵੰਦ ਨੂੰ ਮੇਟਣ ਦੇ ਲਈ ਅਸੀਂ ਇਤਿਹਾਸ ਝਾਕੀ ਮਾਰ ਕੇ ਦੇਖਿਆ, ਰਾਜੇ ਖੂਨ ਖਰਾਬੇ ਵਾਲੇ ਪਾਸੇ ਵੱਧਦੇ ਦਿਖਾਈ ਦੇ ਰਹੇ ਨੇ ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਲੜਾਈ ਨਹੀਂ ਚਾਹੁੰਦੇ, ਸੁਲ੍ਹਾ ਕਰਵਾ ਦਿੰਦੇ ਨੇ। ਇੱਥੇ ਜਦੋਂ ਗੁਰਦੇਵ ਪਿਤਾ ਨੂੰ ਸੂਚਨਾ ਮਿਲਦੀ ਹੈ, ਖਬਰ ਮਿਲਦੀ ਹੈ, ਅਤੇ ਸੱਚੇ ਪਾਤਸ਼ਾਹ ਰੱਬੀ ਸ਼ੁਕਰਾਨੇ ਵਿੱਚ ਚਲੇ ਜਾਂਦੇ ਨੇ। ਦਾਤਾਂ ਦੇਣ ਵਾਲੇ ਦਾਤੇ ਦੇ ਅੱਗੇ ਉਹਨਾਂ ਦਾ ਸਿਰ ਝੁਕਦਾ ਹੈ, ਤੇਰੀ ਨਿਆਮਤ ਹੈ, ਤੇਰੀ ਬਖਸ਼ਿਸ਼ ਹੈ, ਤੇਰੀ ਦਾਤ ਹੈ। ਹੁਣ ਇਹ ਗੱਲ ਸਾਨੂੰ ਅੱਜ ਸਵੀਕਾਰ ਕਰਨੀ ਪਏਗੀ, ਗ੍ਰਹਿਣ ਕਰਨੀ ਪਏਗੀ। ਘੱਟੋ ਘੱਟ ਜਿਹੜੇ ਅਸੀਂ ਸਿੱਖ ਹੋਣ ਵਾਲੇ ਹਾਂ ਉਹਨਾਂ ਨੂੰ ਇਸ ਗੱਲ ਨੂੰ ਗੰਢ ਦੇ ਕੇ ਘੁੱਟ ਕੇ ਪੱਲੇ ਬੰਨ੍ਹਣ ਦੀ ਜ਼ਰੂਰਤ ਹੈ। ਘਰ ਵਿੱਚ ਪੁੱਤਰ ਪੈਦਾ ਹੋ ਜਾਏ ਅਤੇ ਅਗਿਆਨੀਆਂ ਦੇ ਕਰਮ ਨਹੀਂ ਕਰਨੇ, ਘਰ ਵਿੱਚ ਧੀ ਪੈਦਾ ਹੋ ਜਾਏ ਅਤੇ ਇਸ ਨੂੰ ਰੱਬ ਦੀ ਕਰੋਪੀ ਨਹੀਂ ਮੰਨਣਾ। ਅੱਜ ਸਾਡੀ ਮਾਨਸਿਕਤਾ ਪੁੱਤਰ ਅਤੇ ਧੀ ਦੇ ਵਖਰੇਵਿਆਂ ਦੇ ਵਿੱਚ ਪੈ ਕੇ ਕਿਸੇ ਅਗਿਆਨਤਾ ਦੇ ਉਸ ਕਾਲੇ ਬੋਲੇ ਅੰਧੇਰੇ ਦਾ ਜਨਮ ਦੇਣ ਦੀ ਗੱਲ ਕਰ ਰਹੀ ਹੈ, ਜਿਹਦਾ ਗੁਰਮਤਿ ਨਾਲ ਕਿਸੇ ਪ੍ਰਕਾਰ ਦਾ ਕੋਈ ਸੰਬੰਧ ਨਹੀਂ ਹੈ। ਹੁਣ ਗੁਰਦੇਵ ਪਿਤਾ ਜੀ ਨੇ ਇੱਥੇ ਮਾਲਕ ਦਾ, ਵਾਹਿਗੁਰੂ ਦਾ, ਨਿਰੰਕਾਰ ਦਾ, ਪਰਵਤਗਾਰ ਦਾ, ਕਰਤਾ ਪੁਰਖ ਜੀ ਦਾ ਸ਼ੁਕਰਾਨਾ ਕੀਤਾ ਹੈ, ਮਾਲਕ ਦਾ ਧੰਨਵਾਦ ਕੀਤਾ ਹੈ। ਉਹ ਧੰਨਵਾਦ ਜਿੱਥੇ ਗੁਰੂ ਪਿਤਾ ਜੀ ਨੇ ਪ੍ਰਚਾਰ ਦੌਰੇ ਦੇ ਦੌਰਾਨ ਕੀਤਾ ਹੈ, ਉਹਦਾ ਦੂਜਾ ਸਰੂਪ ਅਸੀਂ ਦੇਖਦੇ ਹਾਂ। ਅਤੇ ਪਟਨੇ ਦੀ ਉਹ ਮੁਬਾਰਕ ਧਰਤੀ ਜਿੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਨ੍ਹਾਂ ਨੂੰ ਅਸੀਂ ਸਤਿਕਾਰ ਨਾਲ ਆਪਣਾ ਪੰਥ ਦਾ ਵਾਲੀ ਪਿਤਾ ਜੀ ਕਹਿੰਦੇ ਹਾਂ, ਉਹਨਾਂ ਦਾ ਆਗਮਨ ਹੋਇਆ ਹੈ। ਉੱਥੇ ਸਤਿਗੁਰੂ ਜੀ ਦੇ ਮਹਿਲ ਉਹਨਾਂ ਦੇ ਸੁਪਤਨੀ ਮਾਤਾ ਗੁਜਰੀ ਜੀ ਨੇ, ਉਹਨਾਂ ਦੇ ਨਾਲ ਗੁਰੂ ਦੇ ਨਵਾਜੇ ਹੋਏ ਗੁਰਸਿੱਖ ਨੇ, ਜਿਹਦੇ ਵਿੱਚ ਜ਼ਿੰਮੇਵਾਰੀ ਦੇ ਤੌਰ 'ਤੇ ਭਾਈ ਕਿਰਪਾਲ ਚੰਦ ਜੀ ਨੇ, ਜਿਹੜੇ ਮਾਤਾ ਗੁਜਰੀ ਜੀ ਦੇ ਭਰਾਤਾ ਜੀ ਨੇ, ਉਹ ਵੀ ਸੇਵਾ ਵਿੱਚ ਪਰਿਵਾਰ ਦੀਆਂ ਲੋੜਾਂ ਦੇ ਸਹਿਯੋਗ ਦੇ ਲਈ ਉੱਥੇ ਨੇ। ਅਤੇ ਉੱਥੇ ਵੀ ਭਾਗਾਂ ਵਾਲਿਓ, ਰੱਬ ਦਾ ਸ਼ੁਕਰਾਨਾ, ਪ੍ਰਮਾਤਮਾ ਦਾ ਧੰਨਵਾਦ, ਪ੍ਰਮਾਤਮਾ ਦੀ ਇਸ ਬਖਸ਼ਿਸ਼ ਨੂੰ, ਇਸ ਦਾਤ ਨੂੰ ਗੁਰੂ ਪਿਤਾ ਜੀ ਨੇ ਦਿੱਤੀ ਹੋਈ ਮਰਜ਼ਾਦਾ ਦੇ ਨਿਰਵਾਹ ਦੇ ਮੁਤਾਬਕ ਉਹਨਾਂ ਨੇ ਆਪਣੇ ਆਪ ਨੂੰ ਬਤੌਰ ਸਿੱਖ, ਬਤੌਰ ਗੁਰੂ ਜੀ ਦੇ ਪਰਿਵਾਰ ਦੇ ਆਪਣੇ ਆਪੇ ਨੂੰ ਸਿਜਦੇ ਵਿੱਚ ਲੈ ਕੇ ਗਏ ਨੇ, ਸ਼ੁਕਰਾਨੇ ਵਿੱਚ ਲੈ ਕੇ ਗਏ ਨੇ। ਉਹਨਾਂ ਦਾ ਦਾਤੇ ਦੇ ਅੱਗੇ ਸਭ ਦਾ ਸਿਰ ਝੁਕੇ ਅਤੇ ਉਹਨਾਂ ਨੇ ਇਸ ਦਾਤ ਨੂੰ ਰੱਬ ਦੀ ਦਾਤ, ਪਰਮੇਸ਼ਰ ਦੀ ਦਾਤ ਸਮਝ ਕੇ ਝੋਲੀ 'ਚ ਪਵਾਇਆ ਹੈ। ਸੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਪੁੱਤਰ ਦੇ ਘਰ ਵਿੱਚ ਆਉਣ ਦੀ ਖਬਰ ਸੁਣ ਕੇ ਕੋਈ ਦੁਨਿਆਵੀ ਬਾਪ ਦੀ ਤਰ੍ਹਾਂ ਉਤਾਵਲੇ ਨਹੀਂ ਹੁੰਦੇ ਕਿ ਬਸ ਬਾਕੀ ਕੰਮ ਛੱਡ ਦਿੱਤੇ ਜਾਣ। ਇੰਨੀ ਦੇਰ ਬਾਅਦ ਪੁੱਤਰ ਦਾ ਜਨਮ ਹੋਇਆ, ਦੌੜ ਕੇ ਜਾ ਕੇ ਪੁੱਤਰ ਦਾ ਮੂੰਹ ਦੇਖੇ ਨਾ। ਉਹਨਾਂ ਨੇ ਆਪਣੇ ਕਰਤੱਵ ਨੂੰ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ, ਜਿਹੜੀ ਅਕਾਲੀ ਜ਼ਿੰਮੇਵਾਰੀ ਹੈ, ਪਰਮੇਸ਼ਰ ਦੀ ਦਿਲਾਈ ਹੋਈ ਜ਼ਿੰਮੇਵਾਰੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਤਾਰਨ ਦੀ ਹੈ,
ਉਹਨਾਂ ਨੇ ਉਹਦੇ ਉੱਤੇ ਆਪਣੇ ਆਪ ਨੂੰ ਉਸ ਤਰ੍ਹਾਂ ਹੀ ਧਿਆਨ ਕੇਂਦਰਿਤ ਕਰਕੇ ਆਪਣੀ ਅਗਲੀਆਂ ਜ਼ਿੰਮੇਵਾਰੀਆਂ ਨੂੰ ਗੁਰੂ ਪਿਤਾ ਜੀ ਨੇ ਬਾਖੂਬੀ ਅੱਗੇ ਤੋਰਿਆ, ਅੱਗੇ ਵਧਾਇਆ ਹੈ। ਸੁਭਾਓ ਇਸ ਜੋ ਇਤਿਹਾਸ ਦਾ ਮਹਾਨ ਪੰਨਾ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ, ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਸਪੁੱਤਰ ਦਾ ਜਨਮ, ਅਤੇ ਉਹਨਾਂ ਦਾ ਇਸ ਜਨਮ ਮੌਕੇ ਆਪਣੇ ਆਪ ਨੂੰ ਗੁਰਮਤਿ ਦੇ ਵਾਰਸ ਦੇ ਤੌਰ 'ਤੇ ਸੰਸਾਰ ਸਮਾਜ ਦੇ ਸਾਹਮਣੇ ਪੇਸ਼ ਕਰਨਾ, ਇਹ ਸਾਡੇ ਸਾਰਿਆਂ ਲਈ ਸਿੱਖਣ ਲਈ, ਗ੍ਰਹਿਣ ਕਰਨ ਲਈ ਮਹੱਤਵਪੂਰਨ ਪੱਖ ਹੈ। ਇਹਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਹਿੱਸਾ ਬਣਾ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਰਤਾਰੇ ਆਪ ਵੀ, ਆਪਣੇ ਪਰਿਵਾਰਾਂ ਵਿੱਚ ਵੀ ਇਹਨਾਂ ਗੁਰਮਤਿ ਵਰਤਾਰਿਆਂ ਨੂੰ ਪ੍ਰਚਾਰਨ ਦੇ ਲਈ ਖੁਦ ਬਖੁਦ ਜ਼ਿੰਮੇਵਾਰੀਆਂ ਸੰਭਾਲੀਏ। ਧੰਨਵਾਦ। ਭੁੱਲਾਂ ਲਈ ਮਾਫੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।